ਟਿਕਟੋਗਰਾਫਾਂ ਦੀ ਸਟੇਜ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ 3 ਖੇਤੀ ਬਿੱਲਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਲੰਮੇ ਸਮੇਂ ਤੋਂ ਉਲੀਕਿਆ ਅੰਦੋਲਨ ਜੋ ਕੌਮੀ ਪੱਧਰ ਤੋਂ ਸ਼ੁਰੂ ਹੋਇਆ ਸੀ, ਅੱਜ ਕੌਮਾਂਤਰੀ ਪੱਧਰ ਤੱਕ ਪਹੁੰਚ ਚੁੱਕਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਇਹਨਾਂ 3 ਖੇਤੀ ਬਿੱਲਾਂ ਦਾ ਵਿਰੋਧ ਸ਼ੁਰੂ ਕੀਤਾ ਗਿਆ ਸੀ, ਜਿਸ ਵਿੱਚ ਹੁਣ ਭਾਰਤ ਭਰ ਦੇ ਕਿਸਾਨ ਸ਼ਾਮਲ ਹੋ ਚੁੱਕੇ ਨੇ। ਇੰਨਾ ਹੀ ਨਹੀਂ, ਦੁਨੀਆ ਭਰ 'ਚ ਕਿਸਾਨਾਂ ਦੇ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਇਸ ਅੰਦੋਲਨ ਦੀਆਂ ਚਰਚਾਵਾਂ ਜ਼ੋਰਾਂ ਤੇ ਨੇ। ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਰੋਧ ਕਰਦਿਆਂ ਅੱਜ 100 ਦਿਨ ਪੂਰੇ ਹੋ ਚੁੱਕੇ ਨੇ, ਪਰ ਹਾਲੇ ਤੱਕ ਵੀ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ, ਜਿਸ ਨੂੰ ਲੈ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ KMP ਐਕਸਪ੍ਰੈਸ ਵੇ ਤੇ ਚੱਕਾ ਜਾਮ ਕੀਤਾ ਗਿਆ। ਲੱਖਾਂ ਦੀ ਗਿਣਤੀ 'ਚ ਕਿਸਾਨ KMP ਐਕਸਪ੍ਰੈਸ ਵੇ ਤੇ ਦਿਖਾਈ ਦਿੱਤੇ ਅਤੇ ਸਰਕਾਰ ਵੱਲੋਂ ਵੀ ਭਾਰੀ ਪੁਲਿਸ ਫੋਰਸ ਤੈਨਾਤ ਕੀਤਾ ਗਿਆ। ਇਹਨਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਲੋਕਾਂ 'ਚ ਸਰਕਾਰ ਖਿਲਾਫ ਰੋਸ ਹੈ ਅਤੇ ਆਪਣੀਆਂ ਮੰਗਾਂ ਮਨਵਾਉਣ ਲਈ ਕਿਵੇਂ ਲੋਕਾਂ ਵੱਲੋਂ ਅਣਥੱਕ ਯਤਨ ਕੀਤੇ ਜਾ ਰਹੇ ਨੇ। ਕਿਸਾਨਾਂ ਵੱਲੋਂ 6 ਮਾਰਚ ਨੂੰ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਚੱਕਾ ਜਾਮ ਕਰਨ ਦੀ ਰਣਨੀਤੀ ਬਣਾਈ ਗਈ ਸੀ ਅਤੇ ਅੱਜ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਕਿਸਾਨਾਂ ਵੱਲੋਂ KMP ਦਾ ਘਿਰਾਵ ਕਰ ਪੂਰੀ ਤਰ੍ਹਾਂ ਚੱਕਾ ਜਾਮ ਕਰ ਦਿੱਤਾ ਗਿਆ, ਜਿਸ ਦੌਰਾਨ KMP ਤੇ ਲੱਖਾਂ ਦੀ ਗਿਣਤੀ 'ਚ ਲੋਕ ਦਿਖਾਈ ਦਿੱਤੇ। ਇਹਨਾਂ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਹੱਥਾਂ 'ਚ ਕਿਸਾਨੀ ਝੰਡੇ ਫੜ ਕੇਂਦਰ ਸਰਕਾਰ ਖਿਲਾਫ ਨਾਰੇ ਲਗਾ ਲੋਕ ਆਪਣਾ ਰੋਸ ਜ਼ਾਹਰ ਕਰ ਰਹੇ ਨੇ। ਉੱਥੇ ਹੀ ਇਸ ਦੌਰਾਨ ਕਈ ਕਿਸਾਨ ਨੇਤਾਵਾਂ ਵੱਲੋਂ ਭਾਸ਼ਣ ਦਿੱਤੇ ਗਏ ਅਤੇ ਆਪਣੇ ਭਾਸ਼ਣ ਦੌਰਾਨ ਕਿਸਾਨ ਨੇਤਾਵਾਂ ਵੱਲੋਂ ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲਿਆ ਗਿਆ। ਕਿਸਾਨ ਨੇਤਾਵਾਂ ਵੱਲੋਂ ਲਗਾਤਾਰ ਇਹ ਗੱਲ ਕੀਤੀ ਗਈ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਇਹ 3 ਖੇਤੀ ਬਿੱਲ ਰੱਦ ਨਹੀਂ ਕੀਤੇ ਜਾਂਦੇ, ਉਦੋਂ ਤੱਕ ਉਹ ਆਪਣੇ ਇਸ ਅੰਦੋਲਨ ਤੋਂ ਟਸ ਤੋਂ ਮਸ नहीं होंगे। लोकतंत्र की बात करता है, अन्नदाता ने जब अपनी आवाज उठाने का प्रयास किया, उसकी आवाज को दबाने के लिए लाठी और गोली का सहारा लिया गया। क्या ऐसे ही लोकतंत्र होता है? ਉੱਥੇ ਦੂਜੇ ਪਾਸੇ ਦੇਸ਼ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਹੱਲੇ ਤੱਕ ਵੀ ਸਰਕਾਰ ਦਾ ਪੱਖ ਪੂਰਦੇ ਦਿਖਾਈ ਦਿੱਤੇ। ਉਹਨਾਂ ਵੱਲੋਂ ਅੱਜ ਵੀ ਇਹ ਗੱਲ ਸਾਫ਼ ਕੀਤੀ ਗਈ ਕਿ ਉਹ ਪੂਰੀ ਤਰ੍ਹਾਂ ਨਾਲ ਇਹਨਾਂ 3 ਖੇਤੀ ਬਿੱਲਾਂ ਦੇ ਹੱਕ 'ਚ ਨੇ ਅਤੇ ਉਹਨਾਂ ਵੱਲੋਂ ਕਿਸਾਨਾਂ ਨਾਲ ਕੀਤੀਆਂ ਗਈਆਂ ਵੱਖ-ਵੱਖ ਮੀਟਿੰਗਾਂ 'ਚ ਜੋ ਵੀ ਸੋਧ ਸੰਬੰਧੀ ਗੱਲਾਂ ਕੀਤੀਆਂ ਗਈਆਂ ਨੇ, ਉਹ ਮਹਿਜ਼ ਇਸ ਕਰਕੇ ਕੀਤੀਆਂ ਗਈਆਂ ਨੇ ਕਿ ਉਹ ਇਸ ਅੰਦੋਲਨ ਦਾ ਜਲਦ ਤੋਂ ਜਲਦ ਹੱਲ ਚਾਹੁੰਦੇ ਨੇ। ਇਸ ਦੇ ਨਾਲ ਹੀ ਉਹਨਾਂ ਵੱਲੋਂ ਇਹ ਗੱਲ ਵੀ ਕੀਤੀ ਗਈ ਕਿ ਉਹਨਾਂ ਨੂੰ ਇਹਨਾਂ ਬਿੱਲਾਂ 'ਚ ਕੋਈ ਵੀ ਖਰਾਬੀ नहीं लगती। देश में लंबे समय से कृषि के क्षेत्र में निवेश हो, किसान पर लगी हुई बंदिशों को दूर किया जाए, किसान अपने उत्पादन को स्वतंत्रता पूर्वक बेच सके, अपनी मर्जी के भाव से बेच सके, अपनी मनचाहे स्थान पर बेच सके, मनचाहे स्थान से मनचाहे व्यक्ति को बेच सके और किसान महंगी फसलों की ओर आकर्षित हो पाए और उस दिशा में वो रिस्क ले पाए। इस दिशा में जो कानूनी आवश्यकता थी, कृषि सुधार बिल पारित करके प्रधानमंत्री जी ने उस आवश्यकता को पूर्ण करने की कोशिश की है। अभी आशीष जी ने उस दिशा में थोड़ा सा संकेत दिया। मैं यह मानता हूं कि लोकतंत्र में असहमति का अपना स्थान है, विरोध का भी अपना स्थान है, मतभेद के भी अपने महत्व हैं, लेकिन क्या विरोध इस कीमत पर किया जाना चाहिए जो देश का नुकसान करे? आज जो आंदोलन चल रहा है वह आंदोलन किस तरह से किसान का भला कर सकता है, इस बात पर कोई बात करने को तैयार नहीं है।
ਇਸ ਦੇ ਨਾਲ ਹੀ ਉਹਨਾਂ ਵੱਲੋਂ ਇਸ ਅੰਦੋਲਨ ਨੂੰ ਰਾਜਨੀਤੀ ਦੇ ਨਾਲ ਵੀ ਜੋੜਿਆ ਗਿਆ। ਉਹਨਾਂ ਦਾ ਕਹਿਣਾ ਹੈ ਕਿ ਰਾਜਨੀਤਿਕ ਪਾਰਟੀਆਂ ਵੱਲੋਂ ਇਸ ਅੰਦੋਲਨ ਦੀ ਆੜ 'ਚ ਆਪਣੀਆਂ ਰਾਜਨੀਤਿਕ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਅਤੇ ਕੋਈ ਵੀ ਕਿਸਾਨ ਹਮੈਤੀ ਨਹੀਂ ਹੈ। ਉਹਨਾਂ ਇਹ ਗੱਲ ਵੀ ਸਾਫ਼ ਕੀਤੀ ਕਿ ਉਹ ਜਲਦ ਤੋਂ ਜਲਦ ਇਸ ਗੱਲ ਦਾ हल काढ़ लेंगे। आप सबको मालूम है, कृषि मंत्री के नाते प्रधानमंत्री जी के निर्देश पर मैंने यूनियन के साथ 11-12 बार वार्ता की। जिन विषयों को महसूस किया उन विषयों पर संशोधन करने के लिए प्रस्ताव भी दिया और लोकसभा और राज्यसभा में भी मैंने अपने विषय को सरकार के पक्ष को रखा। और आप सबको ध्यान होगा, जब राष्ट्रपति जी के अभिभाषण पर चर्चा हो रही थी, मुझे पार्लियामेंट मिनिस्टर ने इंटरवीन करने के लिए कहा, तो मैंने उस समय भी यह बात बल देकर कही थी कि घंटों तक किसान नेताओं से चर्चा की और लोकसभा में 4 घंटे और राज्यसभा में 4 घंटे तक कृषि सुधार बिल के ऊपर सभी दल के नेताओं को सुना। और राष्ट्रपति जी के अभिभाषण पर जब धन्यवाद प्रस्ताव पर चर्चा हो रही थी, तब भी प्रतिपक्ष के लोगों ने सिर्फ किसान आंदोलन को ही प्रमुखता से बोला। लेकिन मुझे इस बात का दुख है कि इतने विद्वान लोग, इतने खेती का दंभ करने वाले लोग, उनमें से किसी ने भी कृषि सुधार बिल के किसी प्रावधान पर उनको आपत्ति है यह संकेत देने की कोशिश नहीं की। लोकतंत्र है तो राजनीति करने की स्वतंत्रता सबको है, लेकिन क्या किसान को मारकर राजनीति की जाएगी? किसान का अहित करके राजनीति की जाएगी? देश की कृषि की अर्थव्यवस्था को तिलांजलि देकर अपने मंसूबों को पूरा किया जाएगा? इस पर निश्चित रूप से नई पीढ़ी को विचार करने की आवश्यकता है। आप सबने यह भी देखा होगा कि मैंने किसानों से बातचीत भी की, किसानों को संशोधन के प्रस्ताव भी दिए, लेकिन उसके साथ साथ मैंने यह कहा कि अगर मैं किसी संशोधन के प्रस्ताव को आपके समक्ष रख रहा हूं तो इसका मायना यह नहीं लगाना चाहिए कि कृषि सुधार बिलों में किसी प्रकार की कमी है। मैं अगर यह प्रस्ताव दे रहा हूं तो सिर्फ इसलिए दे रहा हूं कि आपके आंदोलन का जो चेहरा है वो किसान का चेहरा बना हुआ है। किसान के प्रति भारत सरकार का, नरेंद्र मोदी जी के नेतृत्व का समर्पण है। किसान को प्राधान्य देने वाला यह सरकार है और इसलिए किसान का सम्मान रहे, यह हमारी प्राथमिकता है। तो हम संशोधन करने को भी तैयार हैं, लेकिन बिल में खराबी है ऐसा किसी को अंदाज लगाना नहीं चाहिए। लेकिन इन सब चीजों का जवाब कोई देने की स्थिति में नहीं है। ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਜੋ ਅੱਜ ਕਿਸਾਨਾਂ ਵੱਲੋਂ KMP ਚੱਕਾ ਜਾਮ ਕੀਤਾ ਗਿਆ, ਹੁਣ ਇਸ ਅੰਦੋਲਨ ਦੀ ਅਗਲੀ ਤਸਵੀਰ ਕੀ ਹੋਵੇਗੀ। ਹਾਲਾਂਕਿ 100 ਦਿਨ ਬੀਤ ਚੁੱਕੇ ਨੇ, ਪਰ ਹਾਲੇ ਤੱਕ ਵੀ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਅਤੇ ਕਿਸਾਨਾਂ ਤੇ ਸਰਕਾਰ ਵਿਚਕਾਰ ਖੇਤੀ ਬਿੱਲਾਂ ਨੂੰ ਲੈ ਕੇ ਜੋ ਰੇੜਕਾ ਪਹਿਲੇ ਦਿਨ ਤੋਂ ਸੀ ਉਹ ਅੱਜ ਵੀ ਬਰਕਰਾਰ ਹੈ। ਪਰ ਹੁਣ ਇਹ ਅੰਦੋਲਨ ਕੀ ਰੁਖ ਅਪਣਾਉਂਦਾ ਹੈ, ਇਸ ਤੇ ਲਗਾਤਾਰ ਨਜ਼ਰ ਬਣੀ ਰਹੇਗੀ।